ਕਰਨ ਵਾਸਤੇ ਜੋ ਜੀਵਨ ਜਾਤ ਜੁਗ ਬਖਸ਼ਿਸ਼ ਕੀਤੀ ਪਾਵਨ ਪਵਿੱਤਰ ਗੁਰਬਾਣੀ, ਜਿੱਥੇ ਜਪਜੀ ਸਾਹਿਬ ਦੇ ਅਰੰਭਤਾ ਤੋਂ ਲੈ ਕਰਕੇ ਉਸ ਸਤਿਗੁਰ ਵਾਹਿਗੁਰੂ ਦੀ ਸਿਫਤ ਸਲਾਹ ਉਪਰੰਤ ਵੱਖ-ਵੱਖ ਧਰਮਾਂ ਦੀਆਂ ਸਾਧਨਾਵਾਂ ਤੇ ਮਨੁੱਖੀ ਜੀਵਨ ਦਾ ਪਰਮਾਤਮਾ ਦੇ ਮਿਲਾਪ ਦਾ ਸੰਦੇਸ਼ ਕਿਸ ਜਿਆਰਾ ਹੋਈ ਹੈ ਕਿ ਕੂੜਾ ਟੁੱਟੇ ਬਾਲ ਉੱਥੋਂ ਲੱਗ ਕੇ ਉਸ ਕਰਤੇ ਦੀ ਗਿਰਦ ਸਾਰਾ ਕੁਝ ਕਰਤੇ ਦੇ ਹੁਕਮ ਵਿੱਚ ਕਰਤੇ ਕਹਿ ਕਰਨਾ ਨਾਹੀ ਸ਼ੁਮਾਰ। ਚਾਰ ਚੀਜ਼ਾਂ ਸਤਿਗੁਰਾਂ ਨੇ ਬਿਆਨ ਕੀਤੀਆਂ ਕਿ ਸਮੇਂ ਨੂੰ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਹਾਂ, ਵਰਤਮਾਨ ਕਾਲ, ਭੂਤ ਕਾਲ, ਭਵਿੱਖ ਕਾਲ, ਪਾਸਟ, ਪ੍ਰੈਜ਼ੈਂਟ, ਫਿਊਚਰ। ਤਿੰਨ ਹਿੱਸਿਆਂ 'ਚ ਅਸੀਂ ਵੰਡਦੇ ਹਾਂ। ਪਰ ਜਿਸ ਦਿਨ ਤੋਂ ਇਹ ਸਮਾਂ ਬਣਿਆ ਪਰਮਾਤਮਾ ਦੇ ਉਸ ਦਿਨ ਤੋਂ ਪਹਿਲਾਂ ਦਾ ਹੈ, ਉਸ ਦਿਨ ਤੋਂ ਲੈ ਕਰਕੇ ਤੇ ਅੱਜ ਤੱਕ ਤੇ ਇਸ ਅਖੀਰ ਤੱਕ ਸਮੁੱਚੇ ਬ੍ਰਹਿਮੰਡ ਦਾ ਜੋ ਗਿਆਨ ਹੈ ਉਹ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਬਾਣੀ 'ਚ ਹੁੰਦਿਆ। ਤੇ ਅੱਜ ਸਤਿਗੁਰੂ ਪਾਤਸ਼ਾਹ ਨੇ ਜੀਵਨ ਦੀ ਘਾਟ ਨੂੰ ਮੁੱਖ ਰੱਖਦੇ ਹਾਂ ਉਦਾਹਰਨ ਦਿੱਤੀ, ਜਤ ਪਹਾਰਾ ਧੀਰਜ ਸੁਨਿਆ। ਆਖਿਆ ਜਤ ਨੂੰ ਪਹਾਰਾ ਬਣਾ, ਪਹਾਰਾ ਤੋਂ ਭਾਵ ਦੁਕਾਨ, ਤੇ ਧੀਰਜ ਸੁਨਿਆਰ। ਸੁਨਿਆਰਾ ਤੇਰੀ ਦੁਕਾਨ ਦਾ ਧੀਰਜ ਤੇਰਾ ਸੁਨਿਆਰਾ ਹੋਵੇ। ਸਤਿਗੁਰਾਂ ਨੇ ਜੀਵਨ ਦੀ ਘਾਟ ਨੂੰ ਕੱਢਣ ਦੇ ਸੁਨਿਆਰੇ ਦੀ ਉਦਾਹਰਨ ਕਿਉਂ ਦਿੱਤੀ? ਵੇਖੋ, ਕਿਰਤ ਤੇ ਬਹੁਤ ਕਰਨ ਵਾਲੇ ਨੇ, ਕਿਸੇ ਕਰਿਆਨੇ ਵਾਲੇ ਦੀ ਉਦਾਹਰਨ ਦੇ ਦਿੰਦੇ, ਕਿਸੇ ਕੱਪੜੇ ਵਾਲੇ ਦੀ ਸਤਿਗੁਰ ਦੇ ਸਕਦੇ ਸਨ, ਖੇਤੀਬਾੜੀ ਕਰਨ ਵਾਲੇ ਦੀ ਉਦਾਹਰਨ ਦੇ ਸਕਦੇ ਸਨ। ਪਰ ਸਤਿਗੁਰਾਂ ਨੇ ਕੇਵਲ ਸੁਨਿਆਰ ਨੂੰ ਹੀ ਕਿਉਂ ਚੁਣਿਆ ਹੈ? ਇੱਥੇ ਕੇਵਲ ਸਤਿਗੁਰਾਂ ਸੁਨਿਆਰੇ ਦੀ ਬਾਤ ਕੀਤੀ ਹੈ, ਕਿਉਂਕਿ ਸੁਨਿਆਰੇ ਦੀ ਵਿਲੱਖਣਤਾ ਹੈ ਦੁਨੀਆ ਦੇ ਨਾਲੋਂ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਕਰਦੇ ਹਾਂ, ਉਹਦੇ ਵਿੱਚ ਸਤਿਗੁਰਾਂ ਨੇ ਸੁਨਿਆਰੇ ਦੇ ਗੁਣ ਦੱਸੇ ਨੇ। ਦੁਨੀਆ ਦੇ ਬਾਜ਼ਾਰ ਸਵੇਰੇ ਖੁੱਲ੍ਹਦੇ ਹੈ, ਹਰ ਦੁਕਾਨਦਾਰ ਝਾੜੂ ਦੁਕਾਨ ਤੋਂ ਬਾਹਰ ਨੂੰ ਮਾਰਦਾ ਹੈ, ਪਰ ਇੱਕ ਸੁਨਿਆਰਾ ਹੈ ਜਿਹੜਾ ਉਹ ਬਾਹਰੋਂ ਝਾੜੂ ਅੰਦਰ ਨੂੰ ਮਾਰਦਾ ਹੈ। ਜਾਂ ਅਜੋਕਾ ਸਮਾਂ ਵਾਈਕਮ ਕਲੀਨਿੰਗ ਕਰਦਾ, ਉਹਦੇ 'ਚ ਜੋ ਸੱਕ ਹੋਇਆ ਉਹ ਬਾਹਰ ਨਹੀਂ ਸੁੱਟਦਾ, ਉਹਨੂੰ ਰੱਖ ਲੈਂਦਾ ਤੇ ਉਹਦੇ 'ਚੋਂ ਵੀ ਜਿਹੜੇ ਸੋਨੇ ਦੇ ਕੰਕਰ ਡਿੱਗੇ ਹੁੰਦੇ ਆ ਉਹਨਾਂ ਨੂੰ ਇਕੱਠੀ ਕਰਕੇ ਰੱਖ ਲੈਂਦਾ। ਬਾਅਦ ਆਉਂਦੇ ਨੇ ਕੁਝ ਲੋਕ ਘੁਮਾਉਣ ਵਾਸਤੇ, ਉਹਨਾਂ ਨੂੰ ਦੇ ਦਿੰਦੇ ਆ, ਉਹ ਵਾਪਸ ਫਿਰ ਸੋਨਾ ਬਣ ਕੇ ਵਾਪਸ ਆ ਜਾਂਦਾ। ਪਹਿਲਾ ਗੁਣ ਹੈ ਇਸ ਸੁਨਿਆਰੇ ਦਾ ਕਿ ਉਹ ਝਾੜੂ ਅੰਦਰ ਨੂੰ ਮਾਰਦਾ, ਦੁਨੀਆ ਦੇ ਲੋਕ ਬਾਹਰ ਨੂੰ ਮਾਰਦੇ ਆ। ਇਸੇ ਤਰ੍ਹਾਂ ਆਖਿਆ ਗੁਰੂ ਕੀ ਸਿੱਖਾ, ਤੂੰ ਗੁਰੂ ਤੋਂ ਵਿਵੇਕ ਲੈ ਕੇ ਵਿਅਕਤੀ ਦਾ ਝਾੜੂ ਮਾਰਨਾ ਹੈ। ਜਿਹੜੇ ਔਗੁਣ ਦੇ ਗੁਣਾਂ ਨੂੰ ਬਾਹਰ ਸੁੱਟਦੇ ਨੇ ਤੇ ਜਿਹੜੇ ਗੁਣ ਨੇ ਤੂੰ ਅੰਦਰ ਲੈ ਕੇ ਆਉਣੇ। ਜਿਸ ਤਰ੍ਹਾਂ ਸੁਨਿਆਰਾ ਵੀ ਸੋਨੇ ਦੇ ਕੰਕਰ ਤੇ ਜੋ ਚੰਗੇ ਗੁਣ ਨੂੰ ਅੰਦਰ ਲੈ ਆਉਂਦਾ ਹੈ, ਬਾਕੀ ਕੂੜਾ ਬਾਹਰ ਸੁੱਟ ਦਿੰਦਾ ਹੈ। ਇਸੇ ਤਰ੍ਹਾਂ ਤੂੰ ਵਿਅਕਤੀ ਦਾ ਝਾੜੂ ਮਾਰਿਆ ਕਰ। ਦਿਨ ਵਿੱਚ ਜਿੰਨੇ ਔਗੁਣ ਕਮਾਏ ਨੇ ਉਹ ਸ਼ਾਮ ਨੂੰ ਨਿਤਨੇਮ ਨੂੰ ਝਾੜੂ ਮਾਰ ਕੇ ਸਾਰੇ ਬਾਹਰ ਸੁੱਟ ਦਿੰਦੇ ਤੇ ਸ਼ੁਭ ਗੁਣ ਅੰਦਰ ਲੈ ਆਇਆ ਕਰ। ਪਹਿਲਾ ਗੁਣ ਸੁਨਿਆਰੇ ਦਾ। ਦੂਸਰੀ ਗੱਲ ਸੁਨਿਆਰੇ ਦੀ, ਤੁਸੀਂ ਕਿਸੇ ਦੇਸ਼ ਦਾ ਸੋਨਾ ਲੈ ਆਓ, ਤੁਸੀਂ ਅਮਰੀਕਾ ਤੋਂ ਲੈ ਆਓ, ਦੁਬਈ ਤੋਂ ਲੈ ਆਓ, ਇੰਗਲੈਂਡ ਤੋਂ ਲੈ ਆਓ, ਥਾਈਲੈਂਡ ਤੋਂ ਲੈ ਆਓ, ਉਹ ਤੁਹਾਡੇ ਕਹੇ 'ਤੇ ਭਰੋਸਾ ਨਹੀਂ ਕਰੇਗਾ। ਉਹ ਰੂਪ ਵੇਖ ਕੇ ਭਰਮੇਗਾ ਨਹੀਂ ਵੀ ਬਹੁਤ ਸੋਹਣਾ ਹੈ, ਰੱਖ ਲਏਗਾ ਨਹੀਂ। ਉਹ ਪਰਖ ਕਰਦਾ ਹੈ, ਉਹਦੇ ਕੋਲ ਪਾਰਖੂ ਬਿਰਤੀ ਹੈ। ਉਹ ਕਸਵੱਟੀ ਲਾ ਕੇ ਪਰਖੇਗਾ, ਇਹਦੇ ਵਿੱਚ ਸੋਨਾ ਕਿੰਨਾ ਹੈ, ਇਹਦੇ ਵਿੱਚ ਖੋਟ ਕਿੰਨੀ ਹੈ। ਉਹਦੇ ਕੋਲ ਪਾਰਖੂ ਬਿਰਤੀ ਹੈ। ਪਾਤਸ਼ਾਹ ਨੇ ਕਿਹਾ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਸਿੱਖਾ ਤੋਂ ਪਾਰਖੂ ਬਣਦਾ ਗੁਰੂ ਨੂੰ ਗਿਆਨ ਲੈ ਕਰਕੇ। ਸੁਨਿਆਰੇ ਦਾ ਇਹ ਗੁਣ ਹੈ। ਫਿਰ ਅਸੀਂ ਸੋਨੇ ਦੇ ਆਭੂਸ਼ਣ ਵੇਖ ਕੇ ਭਰਮ ਜਾਂਦੇ ਹਾਂ, ਇਹ ਕੜਾ ਹੈ, ਇਹ ਸ਼ਾਪ ਹੈ, ਇਹ ਵਾਲੀ ਹੈ, ਇਹ ਵੰਗ ਹੈ ਜਾਂ ਇਹ ਚੂੜੀ ਹੈ। ਉਹ ਰੂਪ ਰੰਗ ਆਕਾਰ ਨੂੰ ਵੇਖ ਕੇ ਨਹੀਂ ਭਰਮਦਾ, ਉਹ ਤੱਤ ਵੇਖਦਾ ਇਹਦੇ 'ਚ ਤੱਤ ਕਿੰਨਾ ਕੁ ਹੈ। ਉਹ ਰੂਪ ਰੰਗ ਆਕਾਰ 'ਤੇ ਨਹੀਂ ਖੜਾ, ਉਹ ਤੱਤ 'ਤੇ ਖੜਾ ਹੈ। ਜਦੋਂ ਤੁਸੀਂ ਸੋਨਾ ਬਣਵਾ ਕੇ ਲਿਆਓਗੇ, ਉਹ ਘਾਟ ਦਾ ਕਲਾ ਦਾ ਪੈਸਾ ਲਏਗਾ, ਪਰ ਜਦੋਂ ਸੋਨਾ ਵੇਚਣ ਜਾਓ ਤਾਂ ਘਾਟ ਦੇ ਪੈਸੇ ਨਹੀਂ ਦੇਗਾ, ਤਾਂ ਜਿੰਨਾ ਤੱਤ ਸੋਨਾ ਉਹਦੇ ਤੁਹਾਨੂੰ ਪੈਸੇ ਦੇਗਾ। ਕਿਉਂ? ਉਹ ਤੱਤ ਦੇਖਣਾ ਹੈ, ਰੂਪ ਰੰਗ ਆਕਾਰ ਤੇ ਨਹੀਂ। ਅਸੀਂ ਇਹ ਦ੍ਰਿਸ਼ਟਮਾਨ ਸੰਸਾਰ ਰੂਪ ਰੰਗ ਆਕਾਰ ਤੇ ਖੜੇ ਹਾਂ, ਇਹਦੇ ਵਿੱਚ ਤੱਤ ਕਾਲ ਪਰਮਾਤਮਾ ਉੱਤੇ ਸਾਡੀ ਸੁਰਤ ਜਾਂਦੀ ਨਹੀਂ। ਸੁਨਿਆਰੇ ਦੀ ਤਾਂ ਆਪਣਾ ਪਾਤਸ਼ਾਹ ਨੇ ਕੀਤੀ, ਆਖਿਆ ਰੂਪ ਰੰਗ ਆਕਾਰ ਤੇ ਨਹੀਂ ਖੜਾ, ਉਹ ਤੱਤ ਤੇ ਖੜਾ ਹੈ।
फिर पातशाह ने आख्या ਉਹਦੇ ਕੋਲ ਗੁਣ ਹੈ ਜੇ ਸੋਨੇ 'ਚ ਮਿਲਾਵਟ ਹੈ ਕੋਈ ਧਾਤੂ ਮਿਕਸ ਹੈ ਤੇ ਉਹਨੂੰ ਉਹ ਬਾਹਰ ਕੱਢ ਦਿੰਦਾ, ਉਹਨੂੰ ਸੋਨੇ ਨੂੰ ਸ਼ੁੱਧ ਕਰ ਦਿੰਦਾ ਹੈ। ਇਹ ਪਾਤਸ਼ਾਹ ਨੇ ਉਦਾਹਰਨ ਜੋ ਕਣਕ ਉਹ ਕੋਠਾਰੀ ਜਿਹੜੇ ਉਹ ਕਮਲ ਧੋਤ ਫਿਰੋ ਜਬ ਤੇ ਸ਼ੁੱਧ ਭਏ ਹੈ ਬਾਰਾ ਤਬ ਤੇ ਥਾਨ ਫਿਰੋ। ਉਠਾਲੀ 'ਚ ਪਾ ਕੇ ਉਹਨੂੰ ਅੱਗ ਦਿੰਦਾ ਤੇ ਜਿਉਂ ਸੋਨਾ ਦੌੜਦਾ ਉਹਦੇ ਵਿੱਚ, ਜਦੋਂ ਖੋਟ ਨਿਕਲ ਜਾਂਦੀ, ਜਦੋਂ ਸ਼ੁੱਧ ਹੋ ਜਾਂਦਾ 12 ਵਰਗੀਆਂ ਦਾ ਸੋਨਾ, ਜਬ ਤੇ ਸ਼ੁੱਧ ਭਏ ਹੈ ਬਾਰਾ ਤਬ ਤੇ ਥਾਨ ਫਿਰੋ, ਫਿਰ ਸੋਨਾ ਨਿਕਲ ਜਾਂਦਾ, ਫਿਰ ਦੌੜਦਾ ਨਹੀਂ। ਇਹ ਮਨ ਉਹਨਾਂ ਚਿਰ ਦੌੜੇਗਾ ਜਿੰਨਾ ਚਿਰ ਇਹਦੇ 'ਚ ਵਾਸ਼ਨਾਵਾਂ ਨੇ, ਇਹਦੇ 'ਚ ਕਾਮਨਾਵਾਂ ਨੇ। ਜਿਸ ਦਿਨ ਇਹ ਵਾਸ਼ਨਾਵਾਂ ਤੇ ਕਾਮਨਾਵਾਂ ਮੁੱਕਣੀਆਂ ਉਦਨੇ ਮਨ ਟਿਕ ਜਾਏਗਾ। ਜਿੱਦਨ ਗੁਰੂ ਕੇ ਸ਼ਬਦ ਦੀ ਅਗਨ ਨੂੰ ਸਹਾਰੇਗਾ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਨੇ ਦਾਸ, ਤਾਂ ਸੁਨਿਆਰੇ ਦੀ ਬਾਤ ਨਹੀਂ। ਫਿਰ ਆਖਿਆ ਸੁਨਿਆਰੇ ਕੋਲ ਤੁਸੀਂ ਜਿੰਨਾ ਮਰਜ਼ੀ ਸੋਨਾ ਲੈ ਆਓ, ਮੰਗ ਹੈ, ਛਾਪ ਹੈ, ਵਾਲੀ ਹੈ, ਕੁਝ ਵੀ ਨਹੀਂ, ਆਕਾਰ ਵੱਖੋ ਵੱਖਰੇ ਲੈ ਆਓ। ਉਹ ਸਾਰਿਆਂ ਨੂੰ ਉਠਾਲੀ 'ਚ ਪਾ ਕੇ ਜਿਉਂ ਹੀ ਅੱਗ ਦਾ ਸੇਕ ਦਿੰਦਾ ਹੈ, ਸਾਰਿਆਂ ਨੂੰ ਗਾਲ ਕੇ ਸੋਨਾ ਬਣਾ ਦਿੰਦਾ ਹੈ। ਵੰਗ ਆਪਣਾ ਆਕਾਰ ਛੱਡ ਜਾਂਦੀ ਹੈ, ਵਾਲੀ ਆਪਣਾ ਆਕਾਰ ਛੱਡ ਜਾਂਦੀ, ਕੜਾ ਆਪਣਾ ਆਕਾਰ ਛੱਡ ਜਾਂਦਾ ਹੈ, ਕੇਵਲ ਤਦ ਸੋਨਾ ਬਣਾ ਦਿੰਦਾ ਹੈ। ਇਸੇ ਨੂੰ ਪਾਤਸ਼ਾਹ ਨੇ ਆਖਿਆ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਿਖਾਣੀ, ਉਹਨੂੰ ਕੇਵਲ ਸੋਨਾ ਆਖਿਆ ਜਾਂਦਾ। ਉਹ ਸਾਰਿਆਂ ਨੂੰ ਗਾਲ ਕੇ ਬਣਾ ਦਿੰਦਾ। ਇਸੇ ਤਰ੍ਹਾਂ ਜਿਸ ਦਿਨ ਇਸ ਪੌੜੀ ਵਿੱਚ ਸਿੱਖ ਪਹੁੰਚੇਗਾ, ਉੱਥੇ ਜਾ ਕੇ ਵੀ ਇਹ ਕੋਈ ਰਾਮ ਕੋ ਰਹੀਮ ਕੋ ਅੱਲਾ ਕੋ ਜਗਦੀਸ਼ ਭਗਵਾਨ ਦੇ ਬਿਲਕੁਲ ਕਹਿਣ ਵਾਲੇ ਇੱਕ ਹੋ ਜਾਣਗੇ। ਉੱਥੇ ਜਾ ਕੇ ਕੋਈ ਹਿੰਦੂ ਹੈ, ਕੋਈ ਜੈਨੀ ਹੈ, ਕੋਈ ਬੁੱਧੀ ਹੈ, ਕੋਈ ਪਾਰਸੀ ਹੈ, ਕੋਈ ਈਸਾਈ ਹੈ, ਕੋਈ ਇਸਲਾਮ ਵਾਲਾ ਹੈ, ਇੱਥੇ ਜਾ ਕੇ ਸਾਰੇ ਇੱਕ ਹੋ ਜਾਣਗੇ। ਤੇ ਇੱਕ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਗਵਾਹੀ ਦੇ ਰਹੇ ਨੇ। ਭਗਤ ਕਬੀਰ ਇੱਕ ਹੋਏ ਨੇ, ਭਗਤ ਰਾਮਾਨੰਦ ਜੀ ਇੱਕ ਹੋਏ ਨੇ, ਭਗਤ ਸਦਨਾ ਜੀ ਇੱਕ ਹੋਏ, ਸੈਨ ਜੀ ਇੱਕ ਹੋਏ ਨੇ। ਸਤਿਗੁਰਾਂ ਨੇ ਬਰਾਬਰ ਬਿਠਾਇਆ ਹੈ, ਪ੍ਰਤੱਖ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਇੱਥੇ ਸਾਰੇ ਜਿਹੜੇ ਇੱਕ ਹੋ ਗਏ, ਜਿਹੜੇ ਇੱਕ ਬ੍ਰਹਮ ਵਿੱਚ ਲੈ ਹੋ ਗਏ, ਜਿਹੜੇ ਸੱਚਖੰਡ ਨਿਵਾਸ ਕਰਕੇ ਮੇਰੇ ਮਾਲਕ ਨੇ ਉਹਨਾਂ ਨੂੰ ਬਰਾਬਰ ਬਿਠਾਇਆ ਹੈ। ਉਹ 15 ਭਗਤ ਸਾਹਿਬਾਨ ਇੱਕ ਹੋਏ ਨੇ, 11 ਭਗਤ ਸਾਹਿਬਾਨ ਇੱਕ ਹੋਏ ਨੇ, ਸੱਤਾ ਤੇ ਬਲਵੰਤ ਬਾਬਾ ਸੁੰਦਰ ਗੁਰੂ ਕੇ ਸਿੱਖ ਇੱਕ ਹੋਏ, ਮੇਰੇ ਗੁਰੂ ਨੇ ਬਰਾਬਰ ਬਿਠਾਇਆ ਹੈ, ਜਿਹੜੇ ਇੱਥੋਂ ਤੱਕ ਪਹੁੰਚ ਜਾਂਦੇ ਹੈ। ਤਾਂ ਪਾਤਸ਼ਾਹ ਨੇ ਆਖਿਆ ਜਪ ਕਹਾਰਾ ਧੀਰਜ ਸੁਨਿਆ। ਆਖਿਆ ਜਪ ਦੀ ਦੁਕਾਨ, ਜਪ ਤੋਂ ਭਾਵ ਉੱਚਾ ਆਚਰਣ, ਉੱਚਾ ਕਰੈਕਟਰ, ਇਹ ਤੇਰੀ ਦੁਕਾਨ ਹੋਣੀ ਚਾਹੀਦੀ ਹੈ। ਤੇਰੇ ਕੋਲ ਇਹ ਗੁਣ ਹੋਣੇ ਚਾਹੀਦੇ, ਤੇਰੇ ਜੀਵਨ ਅੰਦਰੋਂ ਵਾਸ਼ਨਾਵਾਂ ਖਤਮ ਹੋ ਜਾਣ। ਤੇਰੇ ਇਹ ਨੇਤਰ ਕੇਵਲ ਨਿਰੰਕਾਰ ਨੂੰ ਤੱਕਣ, ਇਹ ਕੰਨ ਕੇਵਲ ਨਿਰੰਕਾਰ ਦੀ ਬਾਣੀ ਸੁਣ, ਇਹ ਜੀਭਾ ਕੇਵਲ ਪੁਸਤਕ ਨਿਰੰਕਾਰ ਦੀ ਕਰੇ, ਇਹ ਹੱਥ ਤੇ ਪੈਰ ਕੇਵਲ ਉਪਕਾਰ ਤੇ ਪਰ ਉਪਕਾਰ ਵਾਸਤੇ ਚੱਲਣ। ਚਾਰ ਚੀਜ਼ਾਂ ਨੇ, ਵੇਖੋ, ਇੱਕ ਨੇ ਵਿਕਾਰ, ਇੱਕ ਹੈ ਕਾਰ, ਇੱਕ ਹੈ ਉਪਕਾਰ, ਇੱਕ ਹੈ ਪਰ ਉਪਕਾਰ। ਇਹ ਚਾਰ ਚੀਜ਼ਾਂ ਨੂੰ ਯਾਦ ਰੱਖਣਾ। ਵਿਕਾਰ ਮਨੁੱਖ ਹਰ ਜੀਵ ਕਮਾਰਿਆ, ਵਿਕਾਰਾਂ ਵਿੱਚ ਮੁਲਤਾਨ ਮਨ ਵਿਕਾਰੀ ਵੇੜਿਆ, ਵਿਕਾਰਾਂ ਕਰਮ ਕਮਾਏ। ਦਿਨ ਰਾਤ ਵਿਕਾਰਾਂ ਦੀ ਦੌੜ ਹਰ ਮਨੁੱਖ ਕਰ ਰਿਹਾ, ਵਿਕਾਰ ਕਮਾ ਰਿਹਾ ਹਰ ਮਨੁੱਖ। ਪਰ ਇੱਕ ਹੈ ਕਾਰ, ਇੱਕ ਹੈ ਵਿਕਾਰ, ਦੂਸਰਾ ਹੈ ਕਾਰ। ਕਿਰਤਕਾਰ ਅਸੀਂ ਸਾਰੇ ਕਰਦੇ, ਦਿਨ ਚੜ੍ਹਦਾ ਸਾਰੇ ਜਾਂਦੇ ਹੈ, ਕੋਈ ਆਪਣੇ ਕਾਰੋਬਾਰ ਲਈ ਜਾਂਦਾ, ਕੋਈ ਦੁਕਾਨ ਜਾਂਦਾ, ਕੋਈ ਜੋਬ ਕਰਦਾ, ਕੋਈ ਕਿਸੇ ਦੇ ਅਧੀਨ ਕੰਮ ਕਰਦਾ, ਕਿਸੇ ਦਾ ਆਪਣਾ ਕੰਮ ਕਰਨ ਕਾਰ ਹੈ, ਉਹ ਕਿਰਤਕਾਰ। ਦੂਸਰਾ ਹੈ ਕਾਰ। ਤੀਸਰਾ ਹੈ ਉਪਕਾਰ। ਉਪਕਾਰ ਹੈ ਜਿਹੜਾ ਆਪਣੇ ਤੇ ਕੀਤਾ ਜਾਂਦਾ ਹੈ। ਕੋਈ ਮਨੁੱਖ ਬਾਣੀ ਪੜ੍ਹ ਰਿਹਾ ਹੈ, ਉਹ ਆਪਣੇ ਤੇ ਉਪਕਾਰ ਕਰ ਰਿਹਾ ਹੈ, ਉਹ ਕਿਸੇ ਵਾਸਤੇ ਨਹੀਂ ਕਰ ਰਿਹਾ ਹੈ, ਉਹ ਆਪਣਾ ਭਲਾ ਕਰ ਰਿਹਾ ਹੈ, ਕੋਈ ਸੇਵਾ ਕਰ ਰਿਹਾ ਹੈ, ਸਿਮਰਨ ਕਰ ਰਿਹਾ ਹੈ, ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ। ਇਹ ਉਪਕਾਰ ਹੈ, ਪਰ ਇਹ ਆਪਣੇ ਲਈ ਹੈ। ਇਸ ਤੋਂ ਅੱਗੇ ਚੌਥਾ ਹੈ ਪਰ ਉਪਕਾਰ, ਉਹ ਪਰਾਏ ਵਾਸਤੇ ਕੀਤਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਨੇ ਪਰ ਉਪਕਾਰ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਝੂ ਦੀ ਰਾਖੀ ਲਈ ਆਪਣਾ ਠੀਕਰਾ ਫੋੜ ਦਿੱਤਾ, ਉਹਨਾਂ ਨੇ ਪਰ ਉਪਕਾਰ ਕੀਤਾ ਹੈ। ਮਨੁੱਖਤਾ ਦੀ ਜਿਹੜਾ ਕਰਮ ਕਰਨਾ ਉਹਨੂੰ ਪਰ ਉਪਕਾਰ ਕਿਹਾ ਜਾਂਦਾ ਹੈ। ਇਸ ਪਾਤਸ਼ਾਹ ਨੇ ਕਿਹਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਆਖਿਆ ਪੜ੍ਹਨਾ ਇਸੇ ਲਈ ਸੀ ਵਿਦਿਆ ਵਿਚਾਰੀ, ਤਾਂ ਪਰ ਉਪਕਾਰੀ, ਪਰ ਉਪਕਾਰ ਵਾਸਤੇ ਸੀ। ਪਰ ਇਹ ਵਿਦਿਆ ਹੰਕਾਰ ਬਣ ਗਈ, ਇਹ ਬੰਧਨ ਬਣ ਗਈ, ਇਹ ਲੱਭ ਤੇ ਲੋਭ ਤੱਕ ਸੀਮਤ ਹੈ। ਤੇ ਪਾਤਸ਼ਾਹ ਨੇ ਆਖਿਆ ਤੂੰ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਜੇ ਅੰਦਰ ਲੱਭ ਤੇ ਲੋਭ ਤੇ ਹੰਕਾਰ ਹੈ, ਫਿਰ ਤੂੰ ਪੜ੍ਹਿਆ ਨਹੀਂ, ਫਿਰ ਗੁਰਦੇਵ ਨੇ ਮੂਰਖ ਕਹਿ ਦਿੱਤਾ ਹੈ। ਸਤਿਗੁਰੂ ਦਾਤਾ ਜੀ ਨੇ ਬਖਸ਼ਿਸ਼ ਕੀਤੀ ਇਸ ਪੌੜੀ ਵਿੱਚ। ਆਖਿਆ ਜਪ ਕਹਾਰਾ ਧੀਰਜ ਸੁਨਿਆ। ਆਖਿਆ ਤੂੰ ਜਪ ਦੀ ਦੁਕਾਨ ਬਣਾ,
ਧੀਰਜ ਇਸ ਦੁਕਾਨ ਤੇ ਬੈਠਾ ਹੋਇਆ ਸੁਨਿਆਰਾ ਹੋਣਾ ਚਾਹੀਦਾ ਹੈ। ਜਿਵੇਂ ਸੁਨਿਆਰੇ ਵਿੱਚ ਬਹੁਤ ਵੱਡਾ ਧੀਰਜ ਹੈ, ਉਹ ਕਦੀ ਕਾਹਲਾ ਨਹੀਂ ਪੈਂਦਾ, ਆਏ ਗਏ ਗਾਹਕ ਨਾਲ ਗੱਲਾਂ ਨਹੀਂ ਕਰਦਾ ਹੈ, ਧਿਆਨ ਉਹਦਾ ਇਕਾਗਰ ਉਠਾਲੀ ਵਿੱਚ ਹੈ, ਸੋਨੇ ਨੂੰ ਸ਼ੁੱਧ ਕਰ ਰਿਹਾ, ਮੂੰਹ ਨਾਲ ਫੂਕ ਮਾਰਦਾ, ਧੂਪਣੀ ਅੱਗ ਵਾਲ ਰਿਹਾ, ਨਾਲੇ ਸੋਨਾ ਸ਼ੁੱਧ ਕਰ ਰਿਹਾ, ਬੜੀ ਆਨੰਦ ਬੈਠਾ ਹੁੰਦਾ ਹੈ। ਪਾਸ਼ਾ ਨੇ ਉਦਾਹਰਨ ਦਿੱਤੀ ਨਾ, ਜੈਸੇ ਕਨਕ ਕਲਾ ਚਿਤ ਮਾਡੀ ਅਲੇ ਮਨ ਰਾਮ ਨਾਮਾ ਵੇਦੀ ਅਲੇ। ਆਖੇ ਇਸ ਤਰ੍ਹਾਂ ਤੇਰਾ ਮਨ ਨਾਮ ਵਿੱਚ ਜੁੜੇ, ਜਿਵੇਂ ਸੁਨਿਆਰੇ ਦੀ ਸੁਰਤ ਇਕਾਗਰ ਹੈ ਸੋਨੇ ਵਿੱਚ, ਸੋਨੇ ਨੂੰ ਕੱਢਣ ਵਿੱਚ, ਆਇਆ ਗਿਆ ਗਾਹਕ ਵੀ ਨਿਭਾ ਰਿਹਾ ਪਰ ਸੁਰਤ ਇਕਾਗਰ ਸੋਨੇ ਵਿੱਚ ਹੈ। ਇਸੇ ਤਰ੍ਹਾਂ ਹਾਥ ਪਾਉ ਕਰ ਕਾਮ ਸਭ ਠੀਕ ਨਿਰੰਜਨ ਨਾਲ। ਕਿੱਡੀਆਂ ਵੱਡੀਆਂ ਦਾਤਾਂ ਸਤਿਗੁਰਾਂ ਨੇ ਬਖਸ਼ੀਆਂ। ਸੰਸਾਰ ਵਿੱਚ ਜਿਹੜੇ ਜਤੀ ਸਨ, ਸੰਨਿਆਸੀ ਸਨ, ਜੋਗੀ ਸਨ, ਜਿਸ ਦਿਨ ਕਿਤੇ ਕਿਰਦਾਰ ਤੋਂ ਡਿੱਗੇ ਲੋਕਾਂ ਨੇ ਆਖਿਆ ਜੋਗੀ ਭ੍ਰਸ਼ਟ ਹੋ ਗਿਆ, ਇਹ ਸੰਨਿਆਸੀ ਭ੍ਰਸ਼ਟ ਹੋ ਗਿਆ, ਕਿਰਦਾਰ ਤੋਂ ਡਿੱਗ ਚੁੱਕਾ ਹੈ। ਕਿਉਂ? ਜੇ ਧਨ ਦੌਲਤ ਵਿੱਚ ਆਇਆ ਤੇ ਤਾਂ ਆਖਿਆ ਉਹ ਡਿੱਗ ਗਿਆ, ਤੇ ਜੇ ਕਿਰਦਾਰ ਤੋਂ ਗਿਆ ਤੇ ਤਾਂ ਆਖਿਆ ਡਿੱਗ ਗਿਆ, ਜੋਗੀ ਭ੍ਰਸ਼ਟ ਹੋ ਗਿਆ। ਸਤਿਗੁਰਾਂ ਦੇ ਸਿੱਖ ਨੂੰ ਦੋਨੋਂ ਦਾਤਾਂ ਹੀ ਦਿੱਤੀਆਂ ਨੇ, ਕਿਰਤਕਾਰ ਦਿੱਤੀ, ਧਨ ਦੌਲਤ ਦਿੱਤਾ, ਪਦਾਰਥ ਦਿੱਤੇ ਨੇ, ਇਹਦੇ ਵਿੱਚ ਰਹਿੰਦਾ ਕਰਤੇ ਨਾਲ ਜੁੜ, ਤੈਨੂੰ ਪਦਾਰਥ ਪ੍ਰਭਾਵਿਤ ਕਰਨਗੇ ਨਹੀਂ, ਤੂੰ ਡਿੱਗ ਨਹੀਂ ਸਕੇਗਾ। ਤੇ ਤੈਨੂੰ ਗ੍ਰਸਥ ਦਾ ਜੀਵਨ ਦਿੱਤਾ, ਤੂੰ ਵਿਕਾਰਾਂ ਵਿੱਚ ਵੀ ਨਹੀਂ ਡਿੱਗ ਸਕੇਗਾ। ਇਹ ਸਦੀਵੀ ਜੀਵਨ ਯਾਦ ਸਤਿਗੁਰਾਂ ਨੇ ਸਾਨੂੰ ਦਿੱਤੇ। ਕਿਤੇ ਵਿਚਾਰ ਨਾਲ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਰਕੇ ਗਏ ਸਿੱਖ ਧਰਮ ਦੇ, ਜੋ ਸਿਧਾਂਤ ਸਤਿਗੁਰ ਸਾਨੂੰ ਦੇ ਗਏ, ਦੁਨੀਆ ਦੇ ਕਿਸੇ ਧਰਮ ਕੋਲ ਨਹੀਂ ਹੈ। ਜੋ ਅਮੁੱਲ ਦਾਤਾਂ ਸਾਡੀ ਝੋਲੀ ਪਾਈਆਂ ਤੇ ਸਾਨੂੰ ਹੁਕਮ ਕਰਕੇ ਗਏ ਹੈ ਕਿ ਪਰ ਬੇਟੀ को बेटी जाने, पर स्त्री को मात खाने, अपनी स्त्री सोरत होई रहत मान गुर का सिख सोई। पर बेटी को बेटी है, पराई बेटी को अपनी बेटी समान, पर स्त्री को मात खाने, पराई स्त्री को माता के समान जानना। ਜਿਹੜੀ ਆਪਣੀ ਤੋਂ ਵੱਡੀ ਹੈ ਉਹ ਭੈਣ ਦੀ ਨਿਆਈ ਹੈ, ਜਿਹੜੀ ਛੋਟੀ ਹੈ ਧੀ ਦੀ ਨਿਆਈ ਹੈ। ਤੇ ਆਖਿਆ ਜੀਵਨ 'ਚ ਮਲੀਨਤਾ ਆਏਗੀ ਨਹੀਂ, ਸੰਸਾਰ 'ਚ ਮਲੀਨਤਾ ਖਤਮ ਹੋ ਜਾਣਗੀ ਜਿਸ ਦਿਨ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਅਡਾਪਟ ਕਰ ਲਾਂਗੇ। ਉਧਰ ਸਾਰਾ ਸੰਸਾਰ ਦੇਖ ਬੁਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ ਦਾ ਸੰਦੇਸ਼ ਹੈ। ਸੇਵੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਸਾਖੀ। ਸਿੱਖਾਂ ਨੇ ਗੜ੍ਹ ਸ਼ੰਕਰ ਦੇ ਇਲਾਕੇ 'ਚ ਜਦੋਂ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਪਹੁੰਚੀਆਂ ਸਨ, ਪਹਾੜੀ ਇਲਾਕਾ ਸੀ ਜੰਗਲਾਂ ਦਾ, ਇਸ ਇਲਾਕੇ ਵਿੱਚ ਧਾਰਮਿਕ ਲੋਕ ਕੁਝ ਰਹਿੰਦੇ ਸਨ, ਤੁਰਕ ਲੋਕ। ਉਹਨਾਂ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਉਠਾ ਕੇ ਲੈ ਜਾਣਾ, ਕੁਕਰਮ ਵੀ ਉਹਨਾਂ ਨੇ ਕਰਨੀ। ਇੱਕ ਤੁਰਕਾਂ ਦੀ ਇਸਤਰੀ ਤੁਰਕਾਣੀ ਸਿੱਖਾਂ ਦੇ ਹੱਥ ਆ ਗਈ। ਸਿੱਖਾਂ ਨੇ ਆਖਿਆ ਪਾਤਸ਼ਾਹ ਜੇ ਸਾਡੇ ਮਨ ਦੇ ਗਲਤ ਵਿਚਾਰ ਆਉਂਦੇ ਤੇ ਗੁਰੂ ਦੀ ਵਿਚਾਰ ਸਾਨੂੰ ਰੋਕਦੀ ਹੈ। ਸਿੱਖਾਂ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਪੁਨ ਸਿੰਘਣ ਬੂਝੇ ਗੁਣ ਖਾਨੀ। ਨਾਨਕ ਪ੍ਰਕਾਸ਼ ਦਾ ਕਰਤਾ ਲਿਖਦਾ, ਪੁਨ ਸਿੰਘਣ ਬੂਝੇ ਗੁਣ ਖਾਨੀ, ਸਕਲ ਤੁਰਕ ਉਗਵੈ ਹਿੰਦਵਾਨੀ। ਸਿੱਖ ਬਦਲਾ ਲੈ ਭਲਾ ਜਨਾਵੇ, ਗੁਰ ਸ਼ਾਸਤਰ ਕਿਉਂ ਵਰਜਨ ਜਾਵੇ। ਪਾਤਸ਼ਾਹ ਅਸੀਂ ਬਦਲਾ ਲੈਣਾ ਚਾਹੁੰਦੇ ਹਾਂ ਕਿ ਸਾਨੂੰ ਗੁਰੂ ਕੇ ਸ਼ਾਸਤਰ ਵਰਜਦੇ ਇਹਨਾਂ ਕੰਮਾਂ ਤੋਂ। ਤੇ ਸੁਣ ਸਤਿਗੁਰੂ ਬੋਲੇ ਕਿ ਸਵੇਰੇ ਹਮ ਲੈ ਜਾਨੋ ਪੰਥ ਉੱਚੇ। ਪਾਤਸ਼ਾਹ ਕਿ ਅਸੀਂ ਪੰਥ ਨੂੰ ਉੱਚੇ ਲੈ ਕੇ ਜਾਣਾ ਹੈ। ਨਹਿ ਅਦੋਗਤੀ ਵਿਖੇ ਬਚਾਵੋ, ਤਾਂ ਤੇ ਕਲਮਲ ਕਰਮ ਹਟਾਵੋ। ਪਾਤਸ਼ਾਹ ਨੇ ਆਖਿਆ ਅਸੀਂ ਇਹਨਾਂ ਨੀਵੇਂ ਕਰਮਾਂ ਵਿੱਚ ਖਾਲਸੇ ਨੂੰ ਨਹੀਂ ਪਾਉਣਾ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਅਕਾਲ ਸਾਰਿਆਂ ਦਾ ਸਾਂਝਾ ਹੈ ਤੇ ਖਾਲਸਾ ਸਾਰੀ ਮਨੁੱਖਤਾ ਦਾ ਸਾਂਝਾ ਹੈ। ਇਸੇ ਲਈ ਦੁਨੀਆ ਦੇ ਲੋਕ ਮਾਣ ਕਰਦੇ ਸਨ, ਆਏ ਨੇ ਨਿਹੰਗ ਬੂਏ ਖੋਲ ਦੋ ਨਿਸੰਗ। ਜਮਾ ਸੀ ਕਿਤੇ ਗੁਰੂ ਦਾ ਖਾਲਸਾ ਘਰ ਹੁੰਦਾ ਸੀ, ਲੋਕ ਧੰਨ ਭਾਗ ਸਮਝਦੇ ਸਨ। ਕਿਸੇ ਟ੍ਰੇਨ ਵਿੱਚ ਇੱਕ ਸਿੱਖ ਸਫ਼ਰ ਕਰਦਾ ਹੁੰਦਾ ਸੀ ਤੇ ਦੁਨੀਆ ਦੇ ਲੋਕ ਆਪਣੀ ਇੱਜ਼ਤ ਮਹਿਫੂਜ਼ ਸਮਝਦੇ ਸਨ ਕਿ ਗੁਰੂ ਦਾ ਇੱਕ ਸਿੱਖ ਆ ਗਿਆ, ਸਾਡੀ ਵਾਹ ਵਾਹ ਨਹੀਂ ਕੋਈ ਵੇਖ ਸਕਦਾ ਕਿਉਂਕਿ ਗੁਰੂ ਦਾ ਸਿੱਖ ਰਾਖਾ ਹੈ ਮਨੁੱਖਤਾ ਦਾ। ਸਤਿਗੁਰਾਂ ਨੇ ਦਾਤਾਂ ਸਾਡੀ ਝੋਲੀ ਪਾਈਆਂ ਸੀ। ਅਸੀਂ ਅਕਾਲ ਪੁਰਖ ਕੀ ਫੌਜ ਹਾਂ, ਅਕਾਲ ਪੁਰਖ ਸਾਰੇ ਦਾ ਸਾਂਝਾ। ਅਸੀਂ ਸਾਰੀ ਮਨੁੱਖਤਾ ਦੀ ਅਗਵਾਈ ਕਰਨੀ ਹੈ, ਅਸੀਂ ਮਨੁੱਖਤਾ ਦੇ ਪਹਿਲੂਕਾਰ ਬਣਨੇ। ਤੇ ਸਤਿਗੁਰਾਂ ਕਹਿੰਦੇ ਹੈ ਅਦੋਗਤੀ ਵਿਖੇ ਬਚਾਵੋ, ਤਾਂ ਤੇ ਕਲਮਲ ਕਰਨ ਹਟਾਵੋ। ਇਹ ਉੱਚੇ ਆਚਰਣ ਦੀ ਸਤਿਗੁਰਾਂ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ। ਆਖਿਆ ਜਤ ਪਹਾਰਾ, ਜਤ ਦੀ ਤੇਰੀ ਦੁਕਾਨ ਹੋਵੇ, ਉੱਚਾ ਆਚਰਣ ਉੱਚਾ ਕਰੈਕਟਰ ਤੇਰੇ ਕੋਲ ਹੋਵੇ, ਕਿਉਂਕਿ ਜਿਹਦੇ ਕੋਲ ਕਿਰਦਾਰ ਹੈ ਉਹਦੇ ਕੋਲ ਸਾਰਾ ਕੁਝ ਹੈ। ਮੈਂ ਬੇਨਤੀ ਕਰਾਂ, ਇੱਕ ਇੰਗਲਿਸ਼ ਦਾ ਰਾਈਟਰ ਬਹੁਤ ਸੋਹਣਾ ਲਿਖਦਾ ਹੈ, ਉਹ ਕਹਿੰਦਾ ਹੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ। ਕਹਿੰਦਾ ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ, ਬਟ ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਕਹਿੰਦਾ ਜੇ ਧਨ ਚਲਾ ਗਿਆ ਤਾਂ ਕੋਈ ਘਾਟਾ ਨਹੀਂ ਹੈ, ਸਮਾਂ ਪੈ ਕੇ ਧਨ ਕਮਾ ਲੇਗਾ ਵੀ ਆ ਜਾਏਗਾ। ਜੇ ਸਰੀਰ ਦੀ ਤੰਦਰੁਸਤੀ ਅਰੋਗਤਾ ਚਲੀ ਗਈ ਤੇ ਕੋਈ ਗੱਲ ਨਹੀਂ ਹੈ, ਬਿਮਾਰੀ ਨੇ ਕਮਜ਼ੋਰ ਕਰ ਦਿੱਤਾ ਹੈ, ਸਮਾਂ ਪਾ ਕੇ ਤੂੰ ਅਰੋਗ ਹੋ ਜਾਏਗਾ, ਵਾਪਸ ਆ ਜਾਏਗਾ। ਪਰ ਉਹਨੇ ਆਖਿਆ ਜੇ ਕਰੈਕਟਰ ਚਲਾ ਗਿਆ, ਕਿਰਦਾਰ ਚਲਾ ਗਿਆ,
ये कभी वापस नहीं आने वाला। ये सतगुरां ने दाता साडी झोली पाई सी उच्चे किरदार में, सचो उरै सब को ऊपर सच आचार की दात झोली पाई। ते अज सतगुरां आख्या जग तू दुकान बना उच्चा आचरण, इहदे विच तेरा मन वसदा होवे, तेरी दृष्टि ये श्रवण ये नेत्रो मेरे रूहा तुम मैं जोत धरी हार बिना वरना। देखो कोई ये श्रवणों मेरे साचे सुनने नो बिठाए, साचे सुनने नो बिठाए शरीर लाए सुनो सत बाणी। ये रसना तू अनरस राज रही मेरी प्यास न जाए। ते फिर शरीर नो आख्या ए शरीरा मेरिया इस जग में आए कै क्या तुद कर्म कमाया, की कर्म कमाया, के कर्म कमाया तुद शरीरा जां तू जग में आया। जिन हर तेरा रचन रचया सो हर मन ना वसाया। वो करते तो मन में वसाया नहीं। गुर प्रसादी हर मन वसया, किन्हां दे मन वसना? गुर प्रसादी हर मन वसया, गुरु की कृपा नाल हरि ने मन में वसना। पूर्व लिखिया पाया जिन्होंने गुरबले पाक चंगे उन्होंने गुरु का मिलाप होंदा। कह नानक गुर प्रसादी जिन्ना मिल लागी तिनी विचे माया पाया। वो माया में रहेंगे, वो धन दौलत पदार्थ धी पुत्र परिवार में रहेंगे। गुरसिख जोगी जागदे माया अंदर कर्म उदासी, उन्होंने ये माया बंधन नहीं बनती। वो संसार में रहेंगे निरंकार की लखता प्राप्त कर लेंगे हैं। गुरुदेव ने आख्या जत पहारा तीर्थ सुनिया, आख्या जत तेरा जत की दुकान होवे ते इस दुकान को चलाउण वाला तेरा धीरज सुनियारा। धीरज जीवन में बहुत बड़ा गुण है। अजोका मनुख धीरज गवा चुका है। मनुख के अंदर काली भटकना दौड़ भज हर वेले की दौड़ भज है। एक पल का मनुख को सबर नहीं, मैं बेनती कर एक पल का। एक व्हाट्सएप की कहानी बहुत सोहनी लिखी आई। एक माँ ने लिखी, वो कहने लगी देखो बच्चा जन्म लैन की 9 महीने वेट करता माँ के गर्भ में रहता है। तुरन वास्ते बच्चे ने कहती तकरीबन साल 1.5 साल वेट करता है बच्चा तुरन। बोलने वास्ते भी वेट है 1.5 साल सुनता है, साल सवा साल तो बाद बच्चा तुरन करता है। फिर तुरन वास्ते भी 2 साल लग गए। फिर आके स्कूल जाने 5 साल वेट की। जवान होने लिए उन्हें 20 साल वेट की विआह करने वास्ते। कारोबार के संपन्न होने लिए धन दौलत लिए 35-40-50 साल लाए। आख्या एक पल नहीं लाता रोड से एक्सीडेंट करके मौत के बस बह जाता, मां रोती रह जाती। एक सैकंड की बात होती है ना, मनुख भीड़ तो बजा के लंघ के लंघ जाता है, एक पल का कारण हो जाता है, फिर पछतावा भी रोना नहीं होता है। क्यों? मनुख तीर्थ गवा चुका है। यही धर्म की दुनिया अंदर है। नित्यनेम करना है ता शांति नहीं, धीरज नहीं है, दौड़ भज है, एक पल का भी शांति टिका नहीं है। धर्म की दुनिया में कह दिए कोई कीर्तन करने वाला या कोई पाठ करने वाला 2 घंटे बैठा है, कोई पाठी 5 मिनट लेट हो गया उठ के गल पै जाता, जबर नहीं है, धीरज नहीं है। ठीक इदा ये भाव नहीं उन्होंने समय से छड़ता नहीं, कितने कारण बन गया है 5 मिनट तो बैठा बाणी पढ़ रहे हैं, थोड़ा धीरज कर। बड़े बड़े प्रचार स्टेजा से झटते देखे ने कारण की समा धीरज नहीं, मेरा समा खा गया। देखो समा खाना गुना है, कोई रोज साढ़े भाई साहब को खा तो माड़ी बात है, पर कभी कितने समा लेट हो गया तो मार के कोई गल नहीं, कितने 5 मिनट लेट हो गए। कई बार विचार ऐसी चलती होती समाप्ति करदे 5 मिनट उत्ते हो जाते हैं। हुण तक सार उस वे समाप्ति तो होंगे 10 या 5 मिनट उत्ते हो गए तो गुनाह नहीं है। उस वे धीरज रखना, ये जिंदगी के हर कदम से असं धीरज रखना आरंभ करिए। पातशाह ने कहा धीरज तेरा सुनियारा हो, सुनियारे वर्गा तेरे को धीरज चाहिए, सुनियारे वर्गी बिरती सुनियारे वर्गा विवेक तेरे को चाहिए है। जिस दिन तू रूप रंग आकार को अगे चला गया तू तक भी प्राप्ति कर लेगा। जानो जो न पूछो जाती आगे जान रहे। जिस दिन रूप रंग आकार को अगे चला गया तो निरंकार की सोची कर लेंगे। पातशाह ने कहा जात पहारा देव सुनियार अहरण मत वेद हथियार। एरन सुनियारे को छोटी जी होती है, लोहा कुटन वाले को एरन थोड़ी बड़ी होती है, जिहदे लोहे को गर्म करके एरन के रंग के सट्टा मार के उन्हें सीधा किया जाता, वो वाल कटे जाते हैं। सुनियारे को छोटी जी होती क्योंकि उन्हें सोना करना होंगे। पातशाह ने कहा अपनी मत को एरन बना, एरन ने अपना आप समर्पित किया है। इत पातशाह ने बाणी उदाहरण दी को अरदास जी ने हस्ती सिर ज्यों अंकस है एहरन ज्यों सिर दे मन तन आके रात कै वो भी सेव करे। पातशाह ने कहा हस्ती सिर ज्यों अंकस है,
जिवें हाथी के सिर ते मुहावत का हुक्म कुंडा, ऐरन जो सिर दे जिवें ऐरन ने अपना सिर समर्पित किया होया, जो जो वो सट्टां वजदियां त्यों त्यों उसका रूप निखरदा है, निष्कदी है। आखिया इस तरह की मत नूं ऐरन बना अपनी। वेद हथियार, वेद का अर्थ ज्ञान, हथियार का अर्थ हथौड़ा, गुरु के ज्ञान का हथौड़ा अपनी मत के मार ये वंशाल निकल जाएंगे, ये मत भी पवित्र हो जाएगी जिस दिन गुरु के ज्ञान का हथौड़ा बजेगा। यही है ना, गुरु मेरे संग सदा है नाले, यही है गुरु का वचन बसे जी नाले। जिस वेले मन इधर उधर जाता, सानू गुरु का शब्द चेता आ जाए कि इन्हां नेत्रा नाल केवल निरंकार वेखना है, इन्हां कन्नां नाल उसदत ते निंदा दी सुननी, इस जीवा नाल उसदत निरंकार दी करनी, मनुख दी नहीं, इहदे नाल किसी दी निंदिया भी करनी। कदम कदम राह वाल पूर्ण लगन, सानू चेता आ जाए गुरु का हुक्म है, रख रख चरण धरे विचारी, दुविधा शोक भय निरंकारी। कदम रुक जान, सानू चेता आ जाए चरण चलो मार्ग गोबिंद, मिटे पाप जपिए हर बिंद। बस ये है गुरु का वचन बसे जीवन, जीवन की चाल रानी हो जाएगी जिस दिन गुरु का शब्द अंतःकरण का श्रृंगार बनेगा। तो पातशाह ने कहा, जब तहारा तीर सुनिया कहरन मत, वेद हथियार अपनी मत नूं जिहड़ा है वो ऐरन बना, गुरु के ज्ञान का जो हथौड़ा इस मत ते बजेगा, इहदे वाल निकल जाणगे, इहदा सोहना रूप जिहड़ा वो निखरेगा जी। ओखला अमन तप ताओ, भांडा पाओ अमृत दितार। पातशाह ने कहा, पाओ खला, रब दे भौ की खला बना, पाओ खला अगड़ तप ताओ। खलादार के कुठाड़ी जी ने सोना पाउंदा सुनहरा भी, अगड़ तप ताओ फिर उन्होंने थले अग दिंदा है तां सोना शुद्ध हुंदा है। आखिर रब दा भौ ये तेरा खला होवे, रब का भौ निर्मल भौ तेरे जीवन में होना चाहिए, क्योंकि भौ तो बिना भगती ते इबादत नहीं होएगी। अज मनुख नूं मनुख का भय है, बंदे नूं बंदे का ते भय है, मनुख नूं रब का भय नहीं है। सानू गुरु का भय नहीं, महिमा करो मैनू, इसलिए गुरु घर में आके बड़ा कुछ हो जाता है। इतने सानू गुरु का भय नहीं है, इतने आके साड़ी फोन की रिंग भी बजती है। हम मैजिस्ट्रेट के सामने, सैशन जज के सामने किसी तुहाडा फोन बजे से उन्होंने अधिकार है, वो तुहाडा फोन भी रख सकता है, वो तुहानू सजा भी दे सकता है। कोर्ट कचहरी साडा फोन नहीं बजता, पर गुरुपुर आके इतने रोज ही बैल बजनी होती है सर। क्यों? गुरु का डर नहीं है, गुरु का भय साडे अंदर नहीं है। जिस दिन भय होएगा, इतने असीं निमरता ते भाव नाल आवांगे, फिर इतों बख्शिशा लैके जावांगे। देखो इतने आया कर्म बदलते हैं, मैं बेनती करा, इतने आया जीवन बदलना है। बाबा सुंदर सिंह अली बेग वालियां की एक गाथा है, वो बड़ी जीवन की भावपूर्णता तो साढ़े लिए सिक्ख्यादायक है। केवल रूप मात्र मैं साझी करा, उन्होंने कोल कुछ संगतां दर्शन करने आईयां, वो वचन विलास कर रहे सन। एक परिवार अमीर आया, उन्होंने नाल ननान ते भरजाई, नौजवान बच्ची सी 19-20 साल की, वो फल फ्रूट लियाए जाके रखे, बाबा जी वचन विलास कर रहे सन, पिछे आके बह गए। और बीबियां का स्वभाव होता है, वो दोनों आपस गल्लां करन लग गए। बाबा जी ने कथा छड्ड के चुप होकर कहने लगा, बच्चिए ये गुरु की संगत है, इत्थे आया बेटा कर्म बदलते हैं, संगत में बोली का नहीं, चुप करके कथा सुन। बच्ची चुप कर गई। 10 मिनट लंघे, वो बच्ची फिर कुसर बीबियां फिर शुरू हो गई। उन्हें फिर कथा छड्डी, उन्हें फिर दोबारा फिर तुहानू समझ नहीं आती, तुहानू क्या गुरु की संगत है। देखो इतने बड़िया बख्शिशियां वालियां रूहां ने जिहड़ियां जुड़ के रस माणदियां। देखो जुड़े नूं तोड़ना सब तो वड्डा पाप है। जुड़न वर्गा गुण कोई नहीं, तो तोड़न वर्गा पाप कोई नहीं है। साडे करके कोई जुड़िया होया टुट गया, तो रब के घर गुनाहगार असीं साबित हो गए हैं। तो जे कोई जुड़ गया साडे करके, तो उसका पुण्य फल भी सानू प्राप्त हो जाना है। जे कोई साडे करके जुड़ गया, वो साडा इबादत में लिखिया जाता है। उन्हें दूसरी बार आख्या, बच्ची बोलना नहीं, चुप करके बैठो, ये संगत है गुरु की। वो चुप करके गया। फिर बाबा जी कथा कर लग पे, तीजी बार फिर गल्लां शुरू हो गई। उन्होंने गुस्सा आया, गुस्सा में आख्या, बच्ची तू पागल तो नहीं, तेन 2 बार आख्या चुप हो जाए, गुरु की संगत है, इतने आया कर्म बदलते हैं, चुप करके बहुत संगत। बस यही गल कह के बाबा जी ने कथा की, समाप्ति हुई, लंगर छकन लगे। वो बच्ची पागल हो गई, लंगर छकती हुई, उन्हें थाली मंगा के मारी, कपड़े पाड़ लग पई। 4-5 जाने घुट घुट के पकड़ को छुट के जाए।
घर वाले ने थोड़ी सा जो बाबा जी ने वचन किए वो पकड़ के उन्होंने फिर बाबा जी के कमरे में लाए। बाबा जी बहुत गुनाह हो गया, थोड़े बोलते सच हो गए ने, तुसीं आखिया सी तू पागल ते नहीं। बाबा सुंदर सिंह जी अलीगढ़ वाले कहने लगे सानू पता सी इन्हें बच्चे ने अज पागल हो जाना, पर जे किते चुप करके गुरु की संगत कर लेंदी ते कर्म बदल जाने सन, इहदा पागलपन का रोग कटिया जाना सी। पर इन्हें वचन नहीं मनिया, उन्हें आख्या मैं तमाम जिंदगी पागल रहे। फिर उन्हें आख्या बाबा जी इस तरह इन्हूं संभालांगे किवें, काबू नहीं होती 5-5 लाइनें फड़िया। उन्हें आख्या जो तुसीं गुरु घर आए एक गल की गवाही पा दिंदे आ, ये वाहिगुरू का सिमरन करया करेगी, इस तरह दौड़ भज नहीं करेगी। गुजरा वाले च वो बीबी बजुर्ग होकर मरी, तमाम जिंदगी पागल रही, बस वो वाहिगुरू का सिमरन नहीं करती रही। उन्हें आख्या ये नाल इहदा अगला सवारिया जाएगा, अज संगत में आके इहदा ये जन्म नहीं सवारिया जाना सी, पर इहदी गलती करके ये तमाम जीवन पागल रहे। कहने तो मुराद गुरु बख्शिश करे सानू समझ पै जे संगत का महात्मा की है। इत्थे आइए भावना के नाल, प्रेम के नाल, इत्थे आया सारे कर्म बदलने ने, इत्थे आया गुरु की बख्शिश प्राप्त होनी है, लैण के पुण्य आए हैं कि पाप छड्ड के ना चले जाइए। इत्थे भै भावनी नाल आइए, इस पासे के पाओ भला रब का भै निर्मल भै अंदर टिका। संसार का भै दुनिया पैदा करता है, रब का भै अंदर प्यार प्रगट करेगा। अच्छा ने क्या रब का प्यार जो है वो अंदर, रब का भै अंदर प्यार प्रगट करेगा। संसार का जिथे भी डर होवे उत्थे दूरी बढ़ेगी। सोच करो असीं रोड पर जा रहे हैं, किसी ने आख्या कि चेक पोस्ट है असीं रस्ता बदल लेंगे, क्योंकि संसार का डर है वो दूरी बना देता है। पर रब का जो डर इनू निर्मल पाओ आख्या। इसे क्या है सतगुरां ने लावां दी बाणी अंदर कि निर्मल पाओ पाया, हर गुण गाया, हर वेख्या राम हदूरे, हर आत्म राम पसारिया स्वामी, सर्व रहा भरपूर। जिन्होंने का निर्मल भाव आ गया ना, उन्होंने हर आत्म राम पसारिया स्वामी नजर आने लग पैंदा। सर्व रहा भरपूर, हर थां उन्होंने परमेश्वर नजर आने लग पैंदा। जिहड़े इस अवस्था पहुंच जाते हैं, निर्मल भाव पाया, हर गुण गाया, जिन्होंने हरि के गुण गाए तो निर्मल भाव प्राप्त कर लिया। हुण देखो झिड़कदा पिता भी है, पर पिता की झिड़क निर्मल भाव है, बच्चे के जीवन में स्वार्थी है। झिड़कदा एक टीचर भी है, तो टीचर का डर तो निर्मल भाव है, बच्चे के जीवन में स्वार्थी। इसी तरह जे गुर झिड़के तो मीठा लग गए, बख्शे तो गुर वडियाई, ये मेरे गुरु का निर्मल भाव अंदर निकला है। पास ने आख्या भाव कला अगल तपताओ, आख्या एक अगल तपताओ ने बाप गुरु के हुक्मां की कमाई करना ते गुरु के निर्मल भाव डर नूं अंदर टिका लेना, ये अगड़ तपताओ है तेरे वास्ते। जिस तरह सोना अग के उत्ते सेक सहाता है, उहदे अंदर शुद्धता आ जाती है। इसी तरह जो तू गुरु के हुक्मां की कमाई करेगा, तेरे अंदर शुद्धता आ जाएगी, ये हृदय पाक होएगा जी। भांडा पाओ अमृत ढाल, भांडा पाओ अमृत ढाल, प्रेम रूप भांडा एक थाली, अमृत ते ढाल, आत्म जीवन देने वाला नाम गल इहदे विच गल ना कर। आख्या जिवें सोने में कुठाड़ी पा के सेक दे के गा रहा है, इसी तरह गुरु के हुक्मां की कमाई कर, नितनेम कर, सिमरन कर, गुरु के अनुसारी हो जा। ये तेरे ज्ञान इंद्र तेरे वास्तविक हो जाएंगे, तेरे कर्म इंद्र वास्तविक हो जाएंगे, तेरा मन जो है उस शब्द का भौरा बन जाएगा, तू आत्मरसी हो जाएगा। इसी तरह जी दाता प्राप्त होनी है जिस दिन भाओ कला अगड़ तपताओ, भांडा पाओ अमृत दे ढाल, ये प्रेम की कुठाड़ी भांडा बना लेगा, ये नाम अमृत ढाल के उन्होंने गल ना करेगा, पाप नाम सिमरन का अभ्यास करेगा जी। घड़िए शब्द सची टकसाल, आख्या जिस तरह टकसाल में सिक्के घड़े जाते हैं, इसी तरह एक गुरु की टकसाल है। घड़िया शब्द सची टकसाल, इत्थे आके शब्द द्वारा इस सुरत को घड़िया जाना है, साडी सुरत को घड़िया जाना है। ये कदों घड़िया जाएगा जिस दिन ध्याता ध्यान ते तेग एक हो जाना। ध्याता पाप ध्यान वाला, ध्यान जिसका ध्यान करिया गुरु ते तेग परमात्मा, जिस दिन इतने एक हो जाने उस दिन प्राप्ति होनी, उस दिन घड़िया शब्द सजी टकसाल। आख्या ये गुरु की सच्ची टकसाल के आगे इस सुर को शब्द द्वारा घड़िया जाना है। ते मार्ग सतगुरां ने सानू शब्द दिता है, शब्द राही असी शब्द च भेट होना है। शब्द गुरु है, शब्द ही परमात्मा है। ते आख्या ये शब्द का मार्ग सतगुरां ने सानू दिता है। शब्द सुरत भाव सागर करिए, नानक नाम
ਵਖਾਣੈ ਘੜੀਏ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨ ਕਾਰ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਿਨ ਕੋ ਨਦਰ ਕਰਮ ਤਿਨ ਕਾਰ। ਆਖਿਆ ਜਿਨ੍ਹਾਂ ਤੇ ਗੁਰੂ ਦੀ ਨਜ਼ਰ ਹੁੰਦੀ ਹੈ ਤੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ, ਤਿੰਨ ਕਾਰ ਉਹਨਾਂ ਜੀਵਾਂ ਦੀ ਇਹ ਕਾਰ ਹੈ। ਕਿਹੜੀ ਕਾਰ? ਜਪ ਕਹਾਰਾ ਤੇਜ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਪਾਉ ਕਲਾ ਅਗਰ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਫਿਰ ਉਹ ਆਪਣੇ ਹਿਰਦੇ ਘਰ ਵਿੱਚ ਅੰਮ੍ਰਿਤ ਚੁੰਦੇ ਨੇ, ਅੰਮ੍ਰਿਤ ਨੂੰ ਗਾਲਦੇ ਨੇ, ਪਾਪ ਅੰਮ੍ਰਿਤ ਨੂੰ ਅੰਦਰ ਰਿੜਕਦੇ ਨੇ ਵੀ ਅੰਮ੍ਰਿਤ ਆਗਾਨਿਆ ਗੁਰ ਅੰਮ੍ਰਿਤ ਕਰਾਇਆ ਦੀ ਦਾਤ ਉਹ ਪ੍ਰਾਪਤ ਕਰ ਲੈਂਦੇ ਆ। ਤੋ ਪਾਤਸ਼ਾਹ ਕਹਿੰਦੇ ਦਾਤ ਇਹਨਾਂ ਨੂੰ ਮਿਲਦੀ ਜਿਨ ਕੋ ਨਦਰ ਕਰਮ ਤਿੰਨ ਕਾਰ, ਜਿਨ੍ਹਾਂ ਤੇ ਮੇਰ ਦੀ ਨਜ਼ਰ ਕਰਨ ਵਾਲੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਤਿੰਨ ਕਾਰ ਉਹਨਾਂ ਮਨੁੱਖਾਂ ਦੀ ਇਹ ਕਾਰ ਹੈ। ਉਹ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਦੀ ਜਾਗ ਜਾਗਦੇ ਆ ਤੇ ਉਹ ਜਪ ਕਰਦੇ ਉਹਦਾ ਜਿਹੜਾ ਆਦ ਸੱਚ ਜੁਗਾਦ ਸੱਚ ਹੈ। ਤੇ ਜਪ ਕਿਵੇਂ ਕਰਦੇ? ਇੱਕ ਦੂਜੀ ਕੋ ਲੱਖ ਹੋਵੇ ਲੱਖ ਹੋਵੇ ਲੱਖ 20 ਲੱਖ ਲੱਖ ਜਿਹੜਾ ਆਖੀਆਂ ਇੱਕ ਨਾਮ ਜਗਦੀਸ਼। ਤੇ ਉਹ ਫਿਰ ਉੱਚੇ ਆਚਰਣ ਦੀ ਦੁਕਾਨ ਬਣਾ ਲੈਂਦੇ, ਧੀਰ ਜੀ ਨੂੰ ਸੁਨਿਆਰਾ ਬਣਾ ਲੈਂਦੇ ਆ ਤੇ ਆਪਣੀ ਮੱਤ ਨੂੰ ਐਡ ਤੇ ਗੁਰੂ ਕੇ ਵੇਦ ਦਾ ਹਥਿਆਰ ਗਿਆਨ ਦਾ ਥੋੜਾ ਬਣਾ ਲੈਂਦੇ ਆ। ਫਿਰ ਇਹਦੇ ਰਾਹੀਂ ਉਹਨਾਂ ਦੀ ਮੱਤ ਜਿਹੜੀ ਗੁਰੂ ਕੇ ਸ਼ਬਦ ਦੁਆਰਾ ਘੜੀ ਜਾਂਦੀ, ਘੜੀਆ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨ ਕਾਰ, ਜਿਨ੍ਹਾਂ ਤੇ ਗੁਰੂ ਮੇਰ ਦੀ ਨਿਗਾਹ ਕਰਦਾ ਹੈ, ਇਹ ਉਹਨਾਂ ਦੇ ਜੀਵਨ ਦੀ ਕਾਰ ਹੈ। ਉਹਨਾਂ ਨੇ ਉੱਚਾ ਆਚਰਣ ਪ੍ਰਾਪਤ ਕੀਤਾ, ਉਹ ਉੱਚਾ ਕਿਰਦਾਰ ਪ੍ਰਾਪਤ ਕਰ ਗਏ। ਉਹਨਾਂ ਦਾ ਆਚਾਰ ਵਿਵਹਾਰ ਤੇ ਕਿਰਦਾਰ ਗੁਰੂ ਕੇ ਸ਼ਬਦ ਦੁਆਰਾ ਘੜੇ ਗਏ ਜੀ। ਨਾਨਕ ਨਦਰੀ ਨਦਰ ਨਿਹਾਲ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ। ਆਖਿਆ ਮੇਰ ਦੀ ਨਿਗਾਹ ਕਰਨ ਵਾਲੇ ਕਾਲਪੁਰਖ ਵਾਹਿਗੁਰੂ ਦੀ ਨਜ਼ਰ ਦੁਆਰਾ, ਉਹਦੀ ਬਖਸ਼ਿਸ਼ ਦੁਆਰਾ ਉਹ ਨਿਹਾਲ ਹੋ ਗਏ। ਉਹ ਜੀਵਨ ਵਿੱਚ ਨਿਹਾਲ ਹੋ ਜਾਂਦੇ ਆ। ਉਹ ਪੂਰੇ ਵਿੱਚ ਅਭੇਦਤਾ ਪ੍ਰਾਪਤ ਕਰ ਲੈਂਦੇ। ਪੂਰੇ ਕਾ ਕੀਆ ਸਭ ਕੁਛ ਪੂਰਾ ਘਾਟਵਾਰ ਕਿਸ਼ਨਾ, ਕਿਉਂਕਿ ਜੀਵਨ ਚੋਂ ਅਧੂਰਾਪਨ ਤਾਂ ਹੀ ਖਤਮ ਹੋਏਗਾ ਨਾ ਜਿਸ ਦਿਨ ਪੂਰੇ ਨਾਲ ਜੁੜ ਗਏ। ਉਹਦੀ ਨਜ਼ਰੇ ਰਹਿਮਤ ਤਾਂ ਹੀ ਕਬੂਲ ਪੈਣਗੇ ਨਾ ਜਿਸ ਦਿਨ ਪੂਰੇ ਵਿੱਚ ਅਭੇਦ ਹੋ ਗਏ। ਤਾਂ ਹੀ ਪਾਤਸ਼ਾਹ ਨੇ ਕਿਹਾ ਕਿ ਪੂਰਾ ਪ੍ਰਭ ਆਰਾਧਿਆ ਪੂਰਾ ਜਹਾਂ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣਗਾਨ। ਜਿਨ੍ਹਾਂ ਨੇ ਪੂਰੇ ਪ੍ਰਭੂ ਨੂੰ ਪਾ ਲਿਆ ਉਹਦੇ ਗੁਣ ਗਾ ਰਹੇ ਨੇ। ਪੂਰੇ ਵਿੱਚ ਅਭੇਦ ਹੋ ਗਏ। ਪੂਰੇ ਗੁਰੂ ਦਾ ਸੁਣ ਉਪਦੇਸ਼ ਪਾਰਬ੍ਰਹਮ ਨਿਕਟ ਕਰਦੇ। ਉਹ ਪਾਰਬ੍ਰਹਮ ਪਰਮੇਸ਼ਰ ਨੂੰ ਨੇੜੇ ਦੇਖਣ ਲੱਗ ਪਏ। ਉਹਨਾਂ ਨੂੰ ਇਹ ਦਾਤਾ ਪ੍ਰਾਪਤ ਹੋ ਗਈ ਹੈ। ਪੂਰੇ ਗੁਰੂ ਦਾ ਉਪਦੇਸ਼ ਉਹਨਾਂ ਨੇ ਸੁਣਿਆ ਕਿ ਆਪਣੇ ਅੰਤःਕਰਨ ਵਸਾ ਲਿਆ ਹੈ। ਪੂਰੇ ਗੁਰੂ ਦਾ ਸੁਣ ਉਪਦੇਸ਼ ਪਾਰਬ੍ਰਹਮ ਨਿਕਟ ਕਰਦੇ। ਉਹ ਪਾਰਬ੍ਰਹਮ ਪਰਮੇਸ਼ਰ ਨੂੰ ਨੇੜੇ ਜਾਂਦੇ। ਤੇ ਜਿਹੜਾ ਨੇੜੇ ਜਾਂਦਾ ਹੈ ਪਾਤਸ਼ਾਹ ਕਹਿੰਦੇ ਉਹਦੇ ਫਿਰ ਜੀਵਨ 'ਚ ਬੁਰਿਆਈ ਨਹੀਂ ਰਹਿ ਜਾਂਦੀ। ਪਾਤਸ਼ਾਹ ਨੇ ਛੋਟੀ ਜਿਹੀ ਬੰਦ ਦੀ ਬਖਸ਼ਿਸ਼ ਕੀਤੀ, ਆਖਿਆ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਆਖਿਆ ਜਿਹੜਾ ਰੱਬ ਨੂੰ ਨੇੜੇ ਜਾਣਦਾ ਹੈ ਉਹ ਕਿਵੇਂ ਕਿਸੇ ਦਾ ਬੁਰਾ ਕਰ ਲੇਗਾ, ਉਹ ਕਿਵੇਂ ਪਾਪ ਕਰੇਗਾ। ਕਿਉਂਕਿ ਜਿਹਨੇ ਰੱਬ ਨੂੰ ਨੇੜੇ ਜਾਣਦੇ ਆ, ਜਿਹਨੇ ਰੱਬ ਨੂੰ ਜਾਣਿਆ ਵੀ ਕਿਹੜਾ ਰੱਬ ਕਿਹੜਾ ਵੇਖ ਰਿਹਾ ਹੈ, ਉਦੋਂ ਪਾਪ ਕਰਮ ਅੰਦਰ ਜਨਮ ਲੈਂਦੇ ਆ। ਦੋ ਚੀਜ਼ਾਂ ਯਾਦ ਰੱਖਣਾ, ਐਸ਼ ਨੇ ਯਾਦੇ ਖੁਦਾ, ਤੈਸ਼ ਨੇ ਖੌਫੇ ਖੁਦਾ। ਜੀਵਨ ਪਵਿੱਤਰਤਾ ਵੱਲ ਜਾਏਗਾ। ਐਸ਼ ਤੋਂ ਭਾਵ ਜਦੋਂ ਰੱਬ ਨੇ ਸੁੱਖ ਸਹੂਲਤਾਂ ਦਾਤਾਂ ਦਿੱਤੀਆਂ ਨੇ ਉਸ ਵੇਲੇ ਰੱਬ ਨੂੰ ਯਾਦ ਰੱਖੀਏ। ਤੇ ਤੈਸ਼ ਨੇ ਖੌਫੇ ਖੁਦਾ, ਤੈਸ਼ ਦਾ ਅਰਥ ਹੰਕਾਰ। ਜਦੋਂ ਮਨੁੱਖ ਕਰੋੜ 'ਚ ਹੰਕਾਰ ਹੁੰਦਾ ਹੈ ਉਦੋਂ ਮਨੁੱਖ ਕਹਿੰਦਾ ਵੀ ਮੈਂ ਹੀ ਰੱਬ ਹਾਂ। ਫਿਰ ਪਾਤਸ਼ਾਹ ਨੇ ਕਿਹਾ ਉਸ ਵੇਲੇ ਖੌਫੇ ਖੁਦਾ, ਰੱਬ ਦਾ ਖੌਫ ਛੇਤੀ ਰੱਖਿਆ ਕਰ, ਤੇਰੇ ਤੋਂ ਵੱਡੀ ਸੁਪਨ ਪਾਵਨ ਨਹੀਂ ਹੈ। ਆਖਿਆ ਇਹ ਦੋ ਚੀਜ਼ਾਂ ਯਾਦ ਰੱਖੀਆਂ ਨਾ, ਐਸ਼ ਨੇ ਯਾਦੇ ਖੁਦਾ, ਤੈਸ਼ ਨੇ ਖੌਫੇ ਖੁਦਾ। ਜੀਵਨ ਰੱਬ ਦੇ ਪਾਣੀ 'ਚ ਆ ਜਾਏਗਾ ਤੇ ਜਿਸ ਦਿਨ ਪਾਣੀ 'ਚ ਆ ਜਾਏਗਾ ਉਹ ਦਿਨ ਕਬੂਲ ਪੈ ਜਾਏਗਾ। ਫਿਰ ਮੇਰੇ ਮਾਲਕ ਦੀ ਰਹਿਮਤ ਤੈਨੂੰ ਪ੍ਰਾਪਤ ਹੋਏਗੀ। ਨਾਨਕ ਨਦਰੀ ਨਦਰ ਨਿਹਾਲ। ਆਖਿਆ ਮੇਰ ਦੀ ਨਜ਼ਰ ਵਾਲੇ ਕਾਲਪੁਰਖ ਵਾਹਿਗੁਰੂ ਦੀ ਜਿਸ ਦਿਨ ਨਜ਼ਰ ਵਿੱਚ ਕਬੂਲਿਆ ਜਾਏਗਾ ਉਦੋਂ ਨਿਹਾਲ ਹੋਏਗਾ। ਸਾਡਾ ਯੋਗ ਲੱਗਾ ਹੈ ਕਿ ਸੰਸਾਰ ਦੀ ਨਿਗਾਹ 'ਚ ਕਬੂਲ ਪੈ ਜਾਈਏ। ਉਹਦੇ ਲਈ ਮਨੁੱਖ ਹਰ ਹੱਥ ਕੰਡਾ ਬਣਾਉਂਦਾ ਹੈ ਵੀ ਮੈਂ ਦੁਨੀਆ ਦੀ ਨਿਗਾਹ 'ਚ ਕਬੂਲ ਪੈ ਜਾਂ, ਲੋਕ ਮੈਨੂੰ ਵਾਹਵਾ ਕਹਿਣ, ਲੋਕੀ ਮੇਰਾ ਜਸ ਗਾਉਣ। ਮਨੁੱਖ ਦਾ ਇਹਦੇ ਤੇ ਯੋਗ ਲੱਗਾ ਹੈ। ਪਰ ਜਿਸ ਦਿਨ ਇਹ ਕਰਮ ਕਰੇਗਾ ਕਿ ਮੇਰੇ ਤੇ ਗੁਰੂ ਖੁਸ਼ ਹੋ ਜਾਏ, ਮੈਂ ਗੁਰੂ ਦੀ ਨਜ਼ਰੇ ਰਹਿਮਤ ਕਬੂਲ ਹੋ ਜਾ, ਜਿਸ ਦਿਨ ਕਰਮ ਗੁਰੂ ਅਨੁਸਾਰ ਹੀ ਹੋਣਗੇ ਉਸ ਦਿਨ ਫਿਰ ਨਾਨਕ ਨਦਰੀ ਨਦਰ ਨਿਹਾਲ। ਜਿੱਦਨ ਉਹਦੀ ਮੇਰ ਦੀ ਨਿਗਾਹ ਕਬੂਲ ਹੋ ਗਿਆ ਫਿਰ ਜੀਵਨ ਗੁਰੂ ਨਿਹਾਲ ਕਰੇਗਾ। ਤੋ ਸਤਿ ਦਾਤਾ ਇਹ ਰਹਿਮਤ ਕਰਨ ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ
ਨਦਰ ਨਿਹਾਲ ਗੁਰੂ ਰਹਿਮਤ ਕਰਨ ਅਸੀਂ ਉਹਨਾਂ ਦੀ ਮਿਹਰ ਦੀ ਨਿਗਾਹ ਦੁਆਰਾ ਅਸੀਂ ਵੀ ਨਿਹਾਲ ਹੋਈਏ। ਅਤੇ ਜੋ ਸ਼ਲੋਕ ਹੈ ਦੇਖੋ ਜਪਜੀ ਸਾਹਿਬ 2 ਸ਼ਲੋਕ ਸਤਿਗੁਰਾਂ ਉਚਾਰਨ ਕੀਤੇ ਹੈ। ਪਹਿਲਾ ਸਤਿਗੁਰਾਂ ਨੇ ਉਪਕਰਨ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਤੇ ਅਖੀਰਲਾ ਸ਼ਲੋਕ ਹੈ ਉਪ ਸੰਸਾਰ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਪਵਨ ਸਾਡੀ ਗੁਰੂ ਕਿਵੇਂ ਹੈ, ਪਾਣੀ ਪਿਤਾ ਕਿਵੇਂ ਹੈ, ਮਾਤਾ ਧਰਤੀ ਕਿਵੇਂ ਹੈ, ਇਹ ਸਾਰੀਆਂ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਾਂਝੀਆਂ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰ ਦਾਤਾ ਇਹ ਜੀਵਨ ਜਾ ਝੋਲੀ ਪਾਉਣ ਜਪ ਬਹਾਰਾ ਤੀਰਥ ਸੁਨਿਆਰ ਅਹਰਣ ਮੱਤ ਵੇਦ ਹਥਿਆਰ ਦੀਆਂ ਦਾਤਾਂ ਝੋਲੀ ਪਾਉਣ। ਇਹ ਬਚਨ ਸਾਡੇ ਅੰਤਰ ਕਰਕੇ ਵਸਣ ਜਿਸ ਦੇ ਰਾਹੀਂ ਲੋਕ ਸੁਖੀ ਪਰ ਲੋਕ ਸੁਖੀਲੇ ਨਾਨਕ ਹੱਕ ਆਪੇ ਮਿਲੇ। ਸਮੂਹ ਸੰਗਤ ਨੂੰ ਗੁਰੂ ਦਰਬਾਰ ਆਉਣ ਦੇ ਜੀ ਆਇਆਂ ਆਖਦੇ ਹੋਏ ਬਹੁਤ ਬਹੁਤ ਧੰਨਵਾਦ। ਉਹਨਾਂ ਜਤਾਉਂਦੇ ਹੋਏ ਪਿਆਰ ਸੱਜੇ ਹੋ ਸੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ